ਹੋ ਗਈ 7/7/80 ਨੂੰ ਸਾਡੀ ਫਲੈਟ ਹੋ ਗਈ ਜੀ। ਜੀ ਅਤੇ ਅਸੀਂ ਜਾ ਦੁਬਈ ਦਾ ਏਰੀਆ ਇੱਕ ਸਟੇਟ ਆ ਰਾਜਸਲ ਖੇਮਾ, ਜੀ ਰਾਜਸਲ ਖੇਮੇ ਦੇ ਵਿੱਚ ਅਸੀਂ ਜਾ ਉਤਰੇ। ਜੀ ਅਤੇ ਉਹਨਾਂ ਦਿਨਾਂ ਦੇ ਵਿੱਚ ਇੱਥੇ ਬੰਬੇ 'ਚ ਬਾਰਿਸ਼ ਬਹੁਤ ਹੁੰਦੀ ਸੀ ਠੀਕ ਜਿਸ ਟਾਈਮ ਗਏ ਹਾਂ। ਜੀ ਅਤੇ ਜਦੋਂ ਉੱਥੇ ਜਾ ਕੇ ਉਤਰੇ ਅਤੇ ਉੱਥੇ ਕਲਾਈਮੇਟ ਇੰਨਾ ਹੀਟ ਵਾਲਾ ਹੋਵੇ, ਬੂਟੇ ਗੱਲ ਹੀ ਛੱਡ ਦੇ। ਦੁਬਈ ਹਾਂ ਜੀ ਉਹ ਅੱਗ ਹੀ ਸੁਦੀ ਭੈਣ ਚੋਦ ਸੇਕ ਆਵੇ ਜੀ ਅਤੇ ਬੁਰਾ ਹਾਲ। ਏਅਰਪੋਰਟ ਤੋਂ ਉਤਰੇ ਅਤੇ ਗਰਮ ਹਵਾ ਪਈ ਸਾਨੂੰ, ਅਸੀਂ ਬੱਸ 'ਚੋਂ ਗਏ ਸੀ, ਜੀ ਕਲਾਈਮੇਟ ਚੇਂਜ ਹੋ ਗਿਆ ਭੈਣ ਚੋਦ ਇੱਕਦਮ। ਜੀ ਉਹ ਕਿੱਥੇ ਆ ਗਏ ਮੁਸੀਬਤ 'ਚ, ਅਤੇ ਹਨੇਰੀ ਚੱਲੇ ਜੀ ਅਤੇ ਰੇਤ ਉੱਡੇ ਅੱਖਾਂ ਦੇ ਵਿੱਚ ਪਵੇ। ਜੀ ਰਾਤ ਦੀ ਫਲੈਟ ਸੀ, ਸਾਨੂੰ ਰਾਤੋਂ ਰਾਤ ਉਹਨਾਂ ਨੇ ਚੱਕਿਆ ਟਰਾਲੇ ਦੇ ਵਿੱਚ ਜੀ ਅਤੇ ਆਪਣੇ ਕੈਂਪ 'ਚ ਲੈ ਗਏ। ਜੀ ਕੈਂਪ ਵੀ ਕੰਪਨੀ ਦਾ ਪੱਧਰੇ ਜੀ ਦਫ਼ਤਰ। ਜੀ ਰਬਾਬ ਜਿਹੜਾ ਸੀ ਸਾਡਾ, ਉਹ ਤਾਂ ਪੈਸੇ ਬਹੁਤ ਦਿੰਦਾ ਸੀ, ਉਹ ਤਾਂ ਕਹਿੰਦਾ 50 ਰੁਪਏ ਰੇਟ ਲਾ ਦਿਓ ਇਹਨਾਂ ਦਾ। ਜੀ ਪਰ ਜਿਹੜੇ ਮੈਨੇਜਰ ਹੁੰਦੇ ਆ ਉਹਨਾਂ ਨੇ, ਫੋਰਮੈਨਾਂ ਨੇ, ਉਹਨਾਂ ਨੇ ਚਲਾਕੀ ਦੇ ਨਾਲ ਉਹਨਾਂ ਨੇ 1200 ਰੁਪਇਆ ਜੀ ਪਲੱਸ ਓਵਰ ਟਾਈਮ ਪਲੱਸ ਫੂਡ ਜੀ ਉਹਦੇ ਨਾਲ ਸਾਡਾ ਐਗਰੀਮੈਂਟ ਕਰ ਲਿਆ। ਮੈਂ ਤੁਹਾਨੂੰ ਦੱਸਦਾ ਸਾਡੀ ਕੰਪਨੀ ਬਹੁਤ ਵਧੀਆ ਸੀ। ਪੈਸੇ ਇੱਥੋਂ ਦੁਆਰਾ ਮੈਂ ਦੱਸ ਮੈਂ ਤਾਂ ਕੋਈ ਨਹੀਂ ਮੈਂ ਪੈਸੇ ਬਹੁਤ ਕਮਾਏ ਉੱਥੇ। ਪੈਸੇ ਤਾਂ ਇੰਨਾ ਕੰਮ ਰੁਕ ਸੀਗਾ ਵੀ ਬੂਟੇ 2-2 ਹਜ਼ਾਰ ਰੁਪਏ ਤਨਖਾਹ ਸਾਡੀ ਨਿਕਲਦੀ ਸੀ। ਜੀ ਪੈਸੇ ਵਰਤਣ ਨੂੰ ਥਾਂ ਨਹੀਂ ਸੀ। ਜੀ ਉਹ ਕਿਸੇ ਮੁੰਡੇ ਨੇ ਕਹਿਣਾ ਵੀ ਮੈਂ ਘਰ ਪੈਸੇ ਪਾਉਣੇ, ਉਹਨੂੰ ਤਨਖਾਹ ਦੇ ਦੇਣੀ। ਜੀ ਹੈਂ ਜਦੋਂ ਦੂਜੀ ਮੈਨੂੰ ਵੀ ਮਿਲ ਜਾਣੀ, ਉਹਨੇ ਵੀ ਦੇ ਦੇਣੇ, ਅਤੇ ਪੈਸੇ ਰੋਗਾਂ ਦੇ ਰਗ। ਜੀ ਟਾਈਮ ਲੱਗਦਾ ਨਹੀਂ ਸੀ ਸਾਡਾ ਜਮ੍ਹਾਂ ਕਰਾਉਣ ਦਾ। ਜੀ ਮੈਂ ਬ੍ਰਿਟਿਸ਼ ਬੈਂਕ 'ਚ, ਇੰਗਲੈਂਡ ਦੀ ਬੈਂਕ ਸੀ ਉੱਥੇ, ਬ੍ਰਿਟਿਸ਼ ਬੈਂਕ, ਉਹਦੇ ਵਿੱਚ ਪੈਸੇ ਖਾਤਾ ਖੋਲ੍ਹਿਆ ਸੀ, ਜੀ ਉਹਦੇ ਵਿੱਚ ਜਮ੍ਹਾਂ ਕਰਾਏ ਸੀ ਪੈਸੇ। ਜੀ 42,000 ਦਰਾਮ ਮੇਰਾ ਉੱਥੇ ਬ੍ਰਿਟਿਸ਼ ਬੈਂਕ ਦੇ ਵਿੱਚ ਪਿਆ ਸੀ। ਅੰਕਲ ਜੀ ਫਿਰ ਤੁਹਾਡਾ ਜਿਹੜਾ ਦੁਬਈ ਦਾ ਜਿਹੜਾ ਸਫ਼ਰ ਆ, ਉਹਦੇ ਬਾਰੇ ਤੁਸੀਂ ਦੱਸੋਗੇ ਕਿੱਦਾਂ ਰਿਹਾ ਸਫ਼ਰ, ਅਤੇ ਕਿੱਦਾਂ ਤੁਸੀਂ ਗਏ ਦੁਬਈ 'ਚ, ਕਿੱਦਾਂ ਸਟਰਗਲ ਹੋਈ? ਦੁਬਈ ਦਾ ਇਸ ਤਰ੍ਹਾਂ ਬੂਟਾ ਸਿੰਘ ਜੀ ਵੀ ਪੜ੍ਹਨੋਂ ਹਟੇ ਜੰਗਮੈਨ ਸੀ ਅਸੀਂ। ਠੀਕ ਹੈ ਪੜ੍ਹਨੋਂ ਹਟੇ ਅਤੇ ਮੇਰੀ ਲਾਈਨ ਤਾਂ ਹੋਰ ਹੀ ਬਣੇ ਸੀ ਵੀ ਕੋਸ਼ਿਸ਼ ਕਰੀਏ ਬਈ। ਆਰਮੀ ਦਾ ਬਹੁਤ ਸ਼ੌਂਕ ਸੀ ਮੈਨੂੰ, ਅੱਛਾ ਆਰਮੀ ਦਾ ਬਹੁਤ ਸ਼ੌਂਕ ਸੀ। ਬੜੇ ਗੇੜੇ ਕੱਢੇ ਜਲੰਧਰ, ਬਹੁਤ ਗੇੜੇ ਕੱਢੇ ਵੀ ਆਰਮੀ 'ਚ ਭਰਤੀ ਹੋਣਾ, ਫੌਜੀ ਬਣਨਾ। ਹਾਂਜੀ ਹਾਂਜੀ ਪਰ ਉਹ ਕੁਦਰਤ ਕਹਿੰਦੀ ਸੀ ਇਹ ਇਸ ਕੰਮ ਵੱਲ ਤੁਹਾਨੂੰ ਜਾਣ ਨਹੀਂ ਦੇਣਾ। ਹਾਂਜੀ ਹੈਂ ਮੈਂ ਇੰਨੀ ਕੋਸ਼ਿਸ਼ ਦੇ ਬਾਵਜੂਦ ਵੀ ਕੁਦਰਤ ਨੇ ਕਿਹਾ ਨਹੀਂ ਇੱਧਰ ਨਹੀਂ, ਯਾਨੀ ਕੋਈ ਰਿਸਪੌਂਸ ਨਹੀਂ ਮਿਲਿਆ ਮੈਨੂੰ ਆਰਮੀ 'ਚ। ਜੰਗਮੈਨ ਸੀ, ਸਿਹਤ ਵੀ ਥੋੜ੍ਹੀ ਘੱਟ ਸੀ। ਅੱਛਾ ਗਏ ਉੱਥੇ ਮੇਜਰ ਸਾਹਿਬ ਨੇ ਕਹਿਣਾ ਥੋੜ੍ਹੀ ਸਿਹਤ ਬਣਾ ਕੇ ਆਓ। ਜੀ ਜੀ ਅਜੇ ਫਿਟਿੰਗ ਨਹੀਂ ਗਈ ਅਜੇ। ਜੀ ਬੜੇ ਗੇੜੇ ਕੱਢੇ ਪਰ ਨਹੀਂ, ਸਾਡੀ ਕੋਈ ਗੱਲ ਨਹੀਂ ਬਣੀ ਆਰਮੀ ਦੇ ਵਿੱਚ। ਜੀ ਅਤੇ ਫਿਰ ਸੋਚਿਆ, ਫਿਰ ਪੜ੍ਹਨ ਤਾਂ ਹਟ ਗਏ, ਜੀ ਅਤੇ ਫਿਰ ਸੋਚਿਆ ਵੀ ਕੀ ਕਰਾਂਗੇ, ਕੀ ਕਰਾਂਗੇ। ਅਤੇ ਉਦੋਂ ਉਸ ਟਾਈਮ ਦੇ ਵਿੱਚ ਇਹ ਅਰਬਾਂ ਦੇ ਵਿੱਚ ਖਾੜੀ ਮੁਲਕ 'ਤੇ ਬਹੁਤ ਜ਼ੋਰ ਸੀਗਾ ਜੀ ਵੀ ਬਾਹਰ ਨੂੰ ਜਾਂਦੇ ਸੀ, ਦੁਬਈ, ਮਸਕਟ, ਕੁਵੈਤ, ਜੀ ਸਾਊਦੀ ਅਰਬ, ਇੱਦਾਂ ਪੰਜਾਬ ਦੇ ਆਮ ਲੋਕ ਜਾਣ ਲੱਗ ਗਏ। ਜੰਗਮੈਨ ਮੁੰਡੇ ਵੀ ਅਸੀਂ ਕੰਮ ਕਰਨ ਜਾਣਾ ਬਾਹਰ ਦੁਬਈ ਦੇ ਵਿੱਚ। ਜੀ ਜਦੋਂ ਦੁਬਈ ਦੇ ਵਿੱਚ ਗਿਆ ਅਤੇ ਜਦੋਂ ਦੁਨੀਆ ਨੂੰ ਦੇਖਿਆ ਵੀ ਦੁਬਈ 'ਚੋਂ ਵਾਪਸ ਮੁੰਡੇ ਆਏ ਵੀ ਟੇਪ ਵਜਾਉਂਦੇ, ਕਿੰਨਾ ਵਧੀਆ ਮੁਲਕ ਹੋਊਗਾ ਜਿਹੜਾ ਇਹ ਇੰਨੇ ਵਧੀਆ ਤਰੀਕੇ ਨਾਲ ਆਏ ਆ ਇਹ, ਜੀ ਕਿ ਕਿੰਨੀਆਂ ਚੀਜ਼ਾਂ ਲੈ ਕੇ, ਕਿੰਨੇ ਕੁ ਪੈਸੇ ਹੋਣਗੇ ਉੱਥੇ, ਕੀ ਕਮਾਈ ਹੋਊਗੀ। ਜੀ ਫਿਰ ਅਸੀਂ ਵੀ ਘਰਦਿਆਂ ਨੂੰ ਪ੍ਰੈਸ਼ਰ ਪਾਇਆ, ਫਿਰ ਮੈਂ ਵੀ ਦੁਬਈ ਜਾਣਾ ਵਾ। ਜੀ ਹਾਲਾਂਕਿ ਏਜੰਟਾਂ ਕੋਲ ਡਰਦੇ ਸੀ ਘਰ ਦੇ, ਜੀ ਕਿਉਂਕਿ ਪੂੰਜੀ ਉਨੀ ਕੁ ਸੀਗੀ। ਜੀ ਮੇਰੇ ਪੈਸੇ ਮਰ ਜਾਂਦੇ, ਏਜੰਟ ਖਰਾਬ ਕਰਦੇ, ਬੰਬੇ ਲੈ ਜਾਓ ਚੜ੍ਹਦਾ ਨਹੀਂ ਬੰਦਾ, ਦਿੱਲੀਓਂ ਚੜ੍ਹਨਾ ਠੀਕ ਆ। ਜੀ ਹਾਂ ਪਰ ਨਹੀਂ, ਜਦੋਂ ਕਿ ਯਾਰ ਬੱਚੇ ਪ੍ਰੈਸ਼ਰ ਪਾ ਦੇਣ ਅਤੇ ਉਹ ਕੰਮ ਬੱਚਿਆਂ ਦੇ ਵੀ ਬੈਨੀਫਿਟ ਬਹਿ ਜਾਂਦਾ ਔਰ ਮਾਪਿਆਂ ਦੇ ਵੀ ਬੈਨੀਫਿਟ ਬਹਿ ਜਾਂਦਾ ਵਾ। ਜੀ ਹਾਂ ਜੀ ਅਤੇ ਕਰਦੇ ਕੋਈ ਹਾਂ ਨਹੀਂ ਕਰਦੇ, ਜੇ ਪੈਸੇ ਮਰ ਗਏ ਫੀ ਕਰਾਂਗੇ ਕੀ ਕਰਾਂਗੇ। ਅਤੇ ਮੈਂ ਇੱਕੋ ਹੀ ਰੱਟ ਲਾਈ ਬਈ ਉਹ ਫਲਾਣਿਆਂ ਦਾ ਮੁੰਡਾ ਚੱਲ ਗਿਆ, ਫਲਾਣਿਆਂ ਦਾ ਚੱਲ ਗਿਆ, ਜੀ ਉਹ ਵੀ ਆਏ, ਉਹ ਵੀ ਪੈਸੇ ਲਾ ਕੇ ਗਏ, ਰਿਸਕ ਤਾਂ ਲੈਣਾ ਹੀ ਪੈਣਾ ਵਾ। ਜੀ ਚਲੋ ਦੇਖੀਏ ਆਪਾਂ, ਮੈਂ ਤਾਂ ਜਾਣਾ ਹੀ ਜਾਣਾ ਦੁਬਈ। ਜੀ ਅੱਛਾ ਜੀ, ਹਾਂ ਹੋ ਗਈ, ਲਾਤਾ ਏਜੰਟ ਨੂੰ। ਜੀ ਪਰ ਕੰਮ ਬਹੁਤ ਮੁਸ਼ਕਲ ਬਣਿਆ। ਇੰਨੇ ਬੰਦੇ ਜਾਣ ਦੇ ਬਾਵਜੂਦ ਵੀ, ਤੇਜ਼ੀ 'ਚ ਵੀ ਸਾਡਾ ਕੰਮ ਬਹੁਤ ਮੁਸ਼ਕਲ ਬਣਿਆ। ਜੀ ਜਾਂ ਤਾਂ ਉਹ ਕਿਸਮਤ ਇਜਾਜ਼ਤ ਨਹੀਂ ਸੀ ਦਿੰਦੀ, ਜੀ ਜਾਂ ਫਿਰ ਏਜੰਟਾਂ ਦਾ ਕੋਈ ਚੱਕਰ ਸੀ, ਜਾਣੀ ਟਾਈਮ ਲੱਗ ਗਿਆ ਬਹੁਤ। ਜੀ ਇੱਕ ਵਾਰੀ ਏਜੰਟ ਕਹਿੰਦਾ ਚਲੋ ਆ ਜਾਓ ਜੀ, ਜੀ ਬੰਬੇ ਜਾਣਾ ਤੁਸੀਂ। ਜੀ ਬੰਬੇ ਤੋਂ
ਗੱਲ ਨਾ ਬਣੀ ਵੀ ਜਿਹਦੀ ਤੇ ਬੰਬੇ ਤੋਂ ਵਾਪਸ ਆ ਗਏ ਜੀ ਤੇ ਪਿੰਡ 'ਚ ਚਰਚਾ ਹੋਣ ਲੱਗੀ ਵੀ ਇਹ ਬੰਬਿਓ ਮਾੜਾ ਆ, ਹੁਣ ਕਿੱਥੇ ਜਾਣਾ, ਹੁਣ ਤੇ ਇੱਦਾਂ ਹੋ ਗਈ ਜਿਉਂ ਹੋ ਗਈ। ਜੀ ਚਲੋ ਕੰਮ 'ਤੇ ਲੱਗ ਗਏ, ਫਿਰ ਕੰਮ ਇੱਥੇ ਲੱਗੇ ਕੰਮ 'ਤੇ ਥੋੜ੍ਹੇ ਦਿਨ ਬਾਅਦ ਫਿਰ ਇੱਥੇ ਜਲੰਧਰ ਏਜੰਟਾਂ ਦੇ ਗੇੜੇ ਕੱਢੇ ਤਾਂ ਠਹਿਰ ਲਓ ਡਿਮਾਂਡ ਆਉਣ ਵਾਲੀ ਆ। ਫਿਰ ਇੰਟਰਵਿਊਆਂ ਦਿੱਤੀਆਂ ਇੱਥੇ ਜਲੰਧਰ ਵੀ ਬੰਬੇ ਵੀ, ਅਤੇ ਫਿਰ ਉਹਨਾਂ ਨੇ ਸੱਦਾ ਪੱਤਰ ਕੀਤਾ ਵੀ ਆ ਜਾਓ ਬੰਬੇ ਜਾਣਾ। ਜੀ ਬੰਬੇ ਲੈ ਗਏ ਤਾਂ ਫਿਰ ਉਹਨਾਂ ਦੀ ਰੁਕਾਵਟ ਫਿਰ ਪੈ ਗਈ। ਬੰਬੇ ਵੀਜ਼ਾ ਨਾ ਆਵੇ ਤਾਂ ਬੰਦੇ ਚੜ੍ਹਨਾ, ਜੀ ਬੰਦੇ ਹੋਰ ਏਜੰਟਾਂ ਦੇ ਚੜ੍ਹੀ ਜਾਣ, ਅਤੇ ਇਹ ਵੀ ਪਾਰਟਨਰ ਹੁੰਦੇ ਏਜੰਟ ਵੀ। ਜੀ ਫਿਰ ਜਿਸ ਵੇਲੇ ਉਹ ਹੋਰ ਬੰਦਾਂ ਦੇ ਚੜ੍ਹੀ ਗਏ ਬੰਦੇ, ਅਤੇ ਸਾਨੂੰ 8-9 ਮਹੀਨੇ ਸਟੇ ਕਰਨੀ ਪਈ। ਜੀ ਅਸੀਂ ਬੰਬੇ ਦਾਦਰ ਏਰੀਏ ਦੇ ਵਿੱਚ ਰਹੇ, ਮਹਾਰਾਸ਼ਟਰ ਗੈਸਟ ਹਾਊਸ, ਜੀ ਉੱਥੇ 7-8 ਮਹੀਨੇ ਲੱਗ ਗਏ ਸਾਨੂੰ। ਜੀ ਅੱਛਾ, ਵੀਜ਼ੇ ਦੀ ਕੋਈ ਆਸ ਨਾ, ਜੀ ਪਰ ਥੋੜ੍ਹਾ ਚਿਰ ਰਹਿ ਕੇ 2-3 ਮਹੀਨੇ ਬਾਅਦ ਰਹਿ ਕੇ, ਅਤੇ ਏਜੰਟ ਫਿਰ ਸਾਨੂੰ ਖਰਚਾ ਦੇਣ ਲੱਗ ਗਿਆ। ਜੀ ਫਿਰ ਰੋਟੀ ਦਾ ਖਰਚਾ ਵੀ ਮੈਂ ਦਊਂ ਅਤੇ ਰਹਿਣ ਦਾ ਵੀ ਮੈਂ ਦਊਂ। ਜੀ ਇੱਥੇ ਅੱਬਲ ਤਾਂ ਤੁਸੀਂ ਵਾਪਸ ਚੱਲ ਜਾਓ ਜੀ ਅਤੇ ਤੁਹਾਨੂੰ ਫਿਰ ਬੁਲਾ ਲਾਂਗੇ, ਪਰ ਸਾਡਾ ਵਾਪਸ ਆਉਣ ਨੂੰ ਫਿਰ ਹਾਂ ਨਾ ਪਵੇ ਜੀ ਵੀ ਇੱਕ ਵਾਰ ਵਾਪਸ ਮੁੜੇ, ਦੂਜੀ ਵਾਰ ਕੀ ਵਾਪਸ ਮੁੜਨਾ, ਲੋਕਾਂ ਨੇ ਕਹਿਣਾ ਇਹ ਤੇ ਜੀ ਪੈਸੇ ਇਹਨਾਂ ਦੇ ਮਰ ਗਏ। ਜੀ ਉਸ ਟਾਈਮ 8 ਲੱਖ ਰੁਪਈਆ ਲੱਗਦਾ ਸੀ ਸੰਨ 80 ਦੇ ਵਿੱਚ। ਜੀ ਹਾਂ, ਜੀ 7/7/80 ਨੂੰ ਮੈਂ ਦੁਬਈ ਗਿਆ ਸੀ, ਜੀ ਅਤੇ 8 ਲੱਖ ਦੇ ਵਿੱਚ ਗਏ ਸੀ, ਪਰ 8-9 ਮਹੀਨੇ ਲੱਗੇ, ਬਹੁਤ ਸੰਘਰਸ਼ ਨਾਲ ਗਏ। ਜੀ ਜਿਸ ਵੇਲੇ ਗਏ ਜੀ ਅਤੇ ਫਲਾਈਟ ਹੋ ਗਈ ਸਾਡੀ, ਜੀ ਹੋ ਗਈ 7/7/80 ਨੂੰ ਸਾਡੀ ਫਲਾਈਟ ਹੋ ਗਈ ਜੀ। ਜੀ ਅਤੇ ਅਸੀਂ ਦੁਬਈ ਦਾ ਏਰੀਆ ਇੱਕ ਸਟੇਟ ਆ ਰਾਜਸਲ ਖੇਮਾ, ਜੀ ਰਾਜਸਲ ਖੇਮੇ ਦੇ ਵਿੱਚ ਅਸੀਂ ਜਾ ਉਤਰੇ। ਜੀ ਅਤੇ ਉਹਨਾਂ ਦਿਨਾਂ ਦੇ ਵਿੱਚ ਇੱਥੇ ਬੰਬੇ 'ਚ ਬਾਰਿਸ਼ ਬਹੁਤ ਹੁੰਦੀ ਸੀ ਜਿਸ ਟਾਈਮ ਗਏ ਹਾਂ। ਜੀ ਅਤੇ ਜਦੋਂ ਉੱਥੇ ਜਾ ਕੇ ਉਤਰੇ ਅਤੇ ਉੱਥੇ ਕਲਾਈਮੇਟ ਇੰਨਾ ਹੀਟ ਵਾਲਾ ਹੋਵੇ, ਬੂਟੇ ਗੱਲ ਹੀ ਛੱਡ ਦੇ। ਦੁਬਈ ਹਾਂ, ਉਹ ਅੱਗ ਹੀ ਸੁਦੀ ਭੈਣ ਚੋ ਸੇਕ ਆਵੇ ਜੀ ਅਤੇ ਬੁਰਾ ਹਾਲ। ਏਅਰਪੋਰਟ ਤੋਂ ਉਤਰੇ ਅਤੇ ਗਰਮ ਹਵਾ ਪਈ ਸਾਨੂੰ, ਅਸੀਂ ਬੱਸ 'ਚੋਂ ਗਏ ਸੀ, ਜੀ ਕਲਾਈਮੇਟ ਚੇਂਜ ਹੋ ਗਿਆ ਭੈਣ ਚੋ ਇੱਕਦਮ। ਜੀ ਉਹ ਕਿੱਥੇ ਆ ਗਏ ਮੁਸੀਬਤ 'ਚ, ਅਤੇ ਹਨੇਰੀ ਚੱਲੇ ਜੀ ਅਤੇ ਰੇਤ ਤੁਹਾਡੇ ਅੱਖਾਂ ਦੇ ਵਿੱਚ ਪਵੇ। ਜੀ ਰਾਤ ਦੀ ਫਲਾਈਟ ਸੀ, ਸਾਨੂੰ ਰਾਤੋਂ ਰਾਤ ਉਹਨਾਂ ਨੇ ਚੱਕਿਆ ਟਰਾਲੇ ਦੇ ਵਿੱਚ ਜੀ ਅਤੇ ਆਪਣੇ ਕੈਂਪ 'ਚ ਲੈ ਗਏ। ਜੀ ਕੈਂਪ ਵੀ ਕੰਪਨੀ ਦਾ ਪੱਧਰੇ ਜੀ ਦਫ਼ਤਰ, ਜੀ ਉੱਥੇ ਜਾ ਲਾਏ। ਜੀ ਉੱਥੇ ਜਾ ਲਾਏ ਅਤੇ ਦੇਖੋ ਬਈ ਸਾਨੂੰ ਸਵੇਰ ਨੂੰ ਦੁਪਹਿਰ ਨੂੰ ਇੱਕ ਖੁਬਸ ਮਿਲਿਆ ਜੀ ਅਤੇ ਚਾਹ ਦਾ ਕੱਪ ਮਿਲਿਆ। ਜੀ ਕਿਸੇ ਨੇ ਨਹੀਂ ਪੁੱਛਿਆ, ਪਾਸਪੋਰਟ ਲੈ ਲਏ ਉਹਨਾਂ ਨੇ, ਆਪਦੀ ਕਾਰਵਾਈ ਕਰਦੇ ਸਾਰੀ ਤਰਤੀਬ ਬਣਾ ਕੇ ਵਾਰੀ ਸੱਦੀ ਗਏ ਪਾਸਪੋਰਟ ਜੀ ਲੈ ਕੇ। ਜੀ ਜਦੋਂ ਉਹਨਾਂ ਨੇ ਆਪਦੀ ਪਾਸਪੋਰਟ ਲੈ ਕੇ ਕਾਰਵਾਈ ਕਰਕੇ ਸਾਰੀ, ਜੀ ਇੰਨਾ ਟਾਈਮ ਲੱਗ ਗਿਆ। ਜੀ ਫਿਰ ਸ਼ਾਮ ਨੂੰ ਰਾਤ ਨੂੰ ਹੀ ਫਿਰ ਚੱਕੇ ਟਰਾਲੇ ਦੇ ਵਿੱਚ ਚੱਕੇ, ਅਤੇ ਜਿੱਥੇ ਕੰਮ ਚੱਲਦਾ ਸੀ ਜੇ ਸਾਈਡ 'ਤੇ, ਜੀ ਉੱਥੇ ਜਾ ਲਾਏ। ਜੀ ਉੱਥੇ ਜਾ ਲਾਏ ਅਤੇ ਬਹੁਤ ਬੁਰਾ ਹਾਲ। ਜੀ ਹਾਂ, ਫਿਰ ਅਸੀਂ ਦੂਜੀ ਸਟੇਟ 'ਚ ਆ ਗਏ, ਸ਼ਾਰਜੇ ਕੰਮ ਚੱਲਦਾ ਸੀ ਸਾਡਾ। ਜੀ ਉੱਥੇ ਆਰਮੀ ਕੈਂਪ, ਮਨੀਸ਼ਨ ਕੈਂਪ ਉੱਥੇ ਬਣਦੇ ਸੀਗੇ। ਜੀ ਉੱਥੇ ਆ ਕੇ ਫਿਰ ਅਸੀਂ ਕੰਮ 'ਤੇ ਲੱਗ ਗਏ, ਜੀ ਪਰ ਔਖਾ ਬਹੁਤ ਹੋਇਆ। ਪਾਣੀ ਉਦੋਂ ਵੀ ਦੁਬਈ ਗਲਫ ਦੇ ਵਿੱਚ ਵੀ ਪਾਣੀ ਇੰਨਾ ਨਹੀਂ ਸੀ, ਇੱਕੋ ਇੱਕ ਸਟੇਟ ਸੀ ਜਿਹੜੀ ਸਪਲਾਈ ਕਰਦੀ ਸੀ ਪਾਣੀ ਟੈਂਕਰਾਂ ਦੇ ਵਿੱਚ। ਜੀ ਹਾਂ, ਜੀ ਅਤੇ ਪਾਣੀ ਪੀਣ ਦਾ ਵੀ ਔਖਾ ਅੱਛਾ ਅਤੇ ਨਹਾਉਣ ਧੋਣ ਦਾ ਵੀ ਔਖਾ। ਇੰਨਾ ਆਦਮ ਵਾਰੀ ਨਹਾਉਣਾ ਕਿੱਦਾਂ, ਬਹੁਤ ਮੁਸ਼ਕਲ। ਪਾਣੀ ਖਤਮ ਹੋ ਜਾਣਾ, ਫਿਰ ਆਉਣਾ ਟੈਂਕਰ, ਫਿਰ ਭਰਨੀਆਂ ਟੈਂਕੀਆਂ, ਫਿਰ ਨਹਾਉਣਾ, ਜੀ ਪਾਣੀ ਜੀ ਬਹੁਤ ਮੁਸ਼ਕਲ ਨਾਲ। ਜੀ ਹਨੇਰਾ ਹੋ ਜਾਣਾ ਰੋਟੀ ਪਕਾਉਂਦਿਆਂ ਵੀ। ਜੀ ਅਤੇ ਕੰਪਨੀ ਵੀ ਹਲਕੀ ਸੀ, ਜੀ ਚਲੋ ਲਾਇਆ ਸਾਲ ਉਹ 'ਚ, ਜੀ ਅਤੇ ਪੈਸੇ ਪੂਸੇ ਪੂਰੇ ਕੀਤੇ। ਹਾਂਜੀ 8 ਲੱਖ ਜਿਹੜਾ ਸੀਗਾ ਜੀ ਪੂਰੇ ਕਰਕੇ, ਅਤੇ ਤਨਖਾਹ ਐਡੀ ਨਿਕਲੇ ਨਾ, ਅਤੇ ਕਰੰਸੀ ਦਾ ਰੇਟ ਵੀ ਬਹੁਤ ਜ਼ਿਆਦਾ ਸੀ। 400 ਕਿੰਨੇ ਦਾ 70-80 84 ਦਾ ਹਜ਼ਾਰ ਬਣਦਾ ਸੀ, ਜੀ ਅਤੇ ਸਾਰੀ 800-900 ਦਾ ਐਗਰੀਮੈਂਟ ਸੀ। ਉਹ 'ਚੋਂ ਵੀ ਟਾਈਮ ਓਵਰ ਟਾਈਮ ਨਹੀਂ ਸੀ ਲੱਗਦਾ, ਅਤੇ ਘੱਟ ਹੀ ਪੈਸੇ ਬਣਦੇ ਸੀ। ਜੀ ਯਾਨੀ ਸਾਲ ਪੂਰਾ ਕਰਕੇ ਅਸੀਂ 8 ਲੱਖ ਪੈਸਾ ਪੂਰਾ ਕੀਤਾ। ਜੀ ਬਾਹਰ ਦਾ ਰੇਟ ਬਹੁਤ ਸੀਗੇ।
ਫਿਰ ਅਸੀਂ ਕੰਪਨੀ ਛੱਡਤੀ ਜੀ ਜੀ ਵੀ ਛੱਡਣੀ ਆ ਕੰਪਨੀ, ਇੱਥੇ ਤਾਂ ਬਣਦਾ ਕੁਛ ਨਹੀਂ। ਜੀ ਕੰਪਨੀ ਛੱਡਤੀ, ਜੀ ਛੱਡ ਕੇ ਫਿਰ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਤਲਾਸ਼ ਕੀਤੀ, ਜੀ ਇੱਥੇ ਕੀਤੀ ਉੱਥੇ ਕੀਤੀ, 2-3 ਕੰਪਨੀਆਂ ਦੇ ਵਿੱਚ ਕੰਮ ਕੀਤਾ। ਜੀ ਚਲੋ ਪੈਸੇ ਉੱਥੇ ਚੰਗੇ ਮਿਲਦੇ ਸੀ ਥੋੜ੍ਹੇ। ਜੀ ਫਿਰ ਆਬੂ ਧਾਬੀ ਨੂੰ ਨਿਕਲੇ ਸੀ। ਜੀ ਆਬੂ ਧਾਬੀ ਚੰਗੀਆਂ ਕੰਪਨੀਆਂ ਮਿਲ ਗਈਆਂ, ਬਹੁਤ ਰੇਟ ਸੀ ਹਾਈ। ਜੀ ਹਾਂ, ਉੱਥੇ ਫਿਰ ਨਿਕਲੇ, ਉੱਥੇ ਟਾਈਮ ਲਾਇਆ। ਜੀ ਚਲੋ ਪੈਸੇ ਪੂਸੇ ਕਮਾਏ। ਉਹ ਜਿਹੜੇ ਕਮਾਏ ਪੈਸੇ ਸੀ ਜੀ ਉਹ ਅਸੀਂ ਫਿਰ ਚੱਕਰ 'ਚ ਪੈ ਗਏ ਵੀ ਹੋਰ ਕੰਪਨੀ ਦਾ ਵੀਜ਼ਾ ਲਈਏ। ਜੀ ਅਸੀਂ ਆਬੂ ਧਾਬੀ ਗਏ ਅਤੇ ਉੱਥੇ ਇੱਕ ਨਵੀਂ ਕੰਪਨੀ ਖੁੱਲ੍ਹ ਰਹੀ ਸੀ। ਜੀ ਉੱਥੇ ਜਾ ਕੇ ਇੰਟਰਵਿਊ ਦਿੱਤੀ ਅਤੇ ਉਹ ਕਹਿੰਦੇ ਆ ਜਾਓ, ਜੀ ਆ ਜਾਓ। ਉੱਥੇ ਸਾਡਾ ਰਬਾਬ ਜਿਹੜਾ ਸੀ ਸਾਡਾ, ਉਹ ਤਾਂ ਪੈਸੇ ਬਹੁਤ ਦਿੰਦਾ ਸੀ। ਉਹ ਤਾਂ ਕਹਿੰਦਾ 50 ਰੁਪਏ ਰੇਟ ਲਾ ਦਿਓ ਇਹਨਾਂ ਦਾ। ਜੀ ਪਰ ਜਿਹੜੇ ਮੈਨੇਜਰ ਹੁੰਦੇ ਆ ਉਹਨਾਂ ਨੇ, ਫੋਰਮੈਨਾਂ ਨੇ, ਉਹਨਾਂ ਨੇ ਚਲਾਕੀ ਦੇ ਨਾਲ ਉਹਨਾਂ ਨੇ 1200 ਰੁਪਇਆ ਜੀ ਪਲੱਸ ਓਵਰ ਟਾਈਮ ਪਲੱਸ ਫੂਡ ਜੀ ਉਹ ਦੇਣਾ ਸਾਡਾ ਐਗਰੀਮੈਂਟ ਕਰ ਲਿਆ। ਜੀ ਰਿਸਪੌਂਸ ਦਿੱਤੀ ਸਾਨੂੰ ਵੀ ਜਾਓ ਵੀਜ਼ਾ ਕੈਂਸਲ ਕਰਕੇ ਲਿਆਓ ਪਹਿਲੀ ਕੰਪਨੀ 'ਚੋਂ। ਜੀ ਸਾਨੂੰ ਉਹ ਰਿਸਪੌਂਸ ਲੈਟਰ ਮਿਲਿਆ ਜੀ ਅਤੇ ਅਸੀਂ ਪੁਰਾਣੀ ਕੰਪਨੀ 'ਚ ਤਲਾਸ਼ ਕਰਦੇ ਕਰਦੇ ਅਤੇ ਆ ਕੇ ਵੀ ਸਾਨੂੰ ਪਾਸਪੋਰਟ ਚਾਹੀਦਾ। ਜੀ ਪਾਸਪੋਰਟ ਕੰਪਨੀ ਕਿੱਥੇ ਦਿੰਦੀ ਸੀ, ਉਹ ਚੱਕ ਕੇ ਅੰਦਰ ਕਰਾਉਂਦੀ ਸੀ। ਜੀ ਇਸ ਤਰ੍ਹਾਂ ਫਿਰ ਹੌਲੀ ਹੌਲੀ ਘੁੱਕ ਨਿਕਲਦੀ। ਕੋਈ ਪ੍ਰਾਈਵੇਟ ਬੰਦਾ ਰਬਾਬ ਲੱਭਿਆ ਸਾਡਾ, ਜਿਹੜਾ ਇਮੀਗ੍ਰੇਸ਼ਨ 'ਚ ਕੰਮ ਕਰਦਾ ਸੀ। ਜੀ ਇਮੀਗ੍ਰੇਸ਼ਨ ਵਿੱਚ ਜਿਹੜਾ ਕੰਮ ਕਰਦਾ ਸੀ ਜਿਸ ਵੇਲੇ, ਤੇ ਪਤਾ ਲੱਗਾ ਉਹਦੇ ਘਰ ਦਾ ਵੀ ਇਹ ਪੈਸੇ ਲੈ ਕੇ ਅਤੇ ਵੀਜ਼ਾ ਕਟਾ ਕੇ ਲੈ ਦਿੰਦਾ ਪਾਸਪੋਰਟ ਕੰਪਨੀ ਕੋਲ, ਜੀ ਕਿਉਂਕਿ ਉਹਨਾਂ ਕੋਲ ਤਾਂ ਵੀਜ਼ੇ ਲੱਗਣ ਲਈ ਜਾਂਦੇ ਸੀ ਉਸ ਅਦਾਰੇ ਦੇ ਵਿੱਚ, ਜੀ ਇਮੀਗ੍ਰੇਸ਼ਨ 'ਚ। ਜੀ ਅਤੇ ਉਹ ਰਬਾਬ ਦਾ ਘਰ ਲੱਭਿਆ ਅਤੇ ਜਿਸ ਵੇਲੇ ਮੈਂ ਗਿਆ ਅਤੇ ਬੈਲ ਮਾਰੀ ਜੀ ਅਤੇ ਅਰਬੀ ਦੇ ਵਿੱਚ ਕਹਿੰਦਾ ਸ਼ੂਰੀਤ, ਯਾਨੀ ਕੀ ਚਾਹੀਦਾ ਤੈਨੂੰ। ਜੀ ਅਤੇ ਉਹਨੂੰ ਕਿਹਾ ਵੀ ਨਾ ਰੀਤ ਪਾਸਪੋਰਟ। ਜੀ ਹਾਂ, ਉਹ ਕਹਿੰਦਾ ਜੀਵ ਆਈਡੈਂਟੀ ਕਾਰਡ। ਜੀ ਜੀ ਪਤਾਕਾ, ਜਾਣੀ ਅਰਬੀ ਦੇ ਵਿੱਚ ਪਤਾਕਾ ਕਹਿੰਦਾ, ਆਪਾਂ ਇੰਗਲਿਸ਼ ਦੇ ਵਿੱਚ ਆਈਡੈਂਟੀ ਕਾਰਡ ਕਹਿ ਦਿੰਦੇ ਹਾਂ। ਜੀ ਮੈਂ ਉਹਨੂੰ ਆਪਣਾ ਆਈਡੈਂਟੀ ਕਾਰਡ ਦਿੱਤਾ, ਜੀ ਉਹਨੇ ਰੱਖ ਲਿਆ। ਜੀ ਉਹਦੇ 2 ਦਿਨ ਬਾਅਦ ਆਓ ਕਹਿੰਦੇ। ਜੀ ਜਿਸ ਵੇਲੇ 2 ਦਿਨ ਬਾਅਦ ਆਓ ਅਤੇ ਗਏ 2 ਦਿਨ ਬਾਅਦ ਜੀ ਉਹਨਾਂ ਨੇ ਟੈਲੀਫੋਨ ਕੀਤਾ ਸਾਡੀ ਕੰਪਨੀ ਦੇ ਵਿੱਚ, ਜੀ ਆਹ ਨੰਬਰ ਹੈ, ਆਹ ਨਾਂ, ਆਹ ਸਾਰਾ, ਇਹ ਪਾਸਪੋਰਟ ਲੈ ਕੇ ਆਓ। ਜੀ ਪਾਸਪੋਰਟ ਲੈ ਕੇ ਆ ਗਿਆ ਉਹ। ਪਾਸਪੋਰਟ ਉਹਨੇ ਰੱਖ ਲਿਆ। ਜੀ ਅਤੇ ਉਹ ਰੱਖਦੇ ਰੱਖਦੇ ਫਿਰ ਟਾਈਮ ਲੱਗ ਗਿਆ ਉਹਨੂੰ, ਵੀ ਅੱਜ ਕੰਮ ਨਹੀਂ ਹੋਣਾ, ਇਹ ਜੀ ਸਵੇਰੇ ਆਓ ਤੁਸੀਂ, ਜੀ ਮਾਰਨਿੰਗ ਟਾਈਮ ਆਓ। ਹਾਂਜੀ ਅਤੇ ਅਸੀਂ ਮਾਰਨਿੰਗ ਟਾਈਮ ਗਏ, ਉੱਥੇ ਆ ਕੇ ਚਲੇ ਗਏ। ਆਇਆ ਗੱਡੀ 'ਤੇ, ਜੀ ਉਹਨੂੰ ਸਲਾਮ ਕੀਤੀ, ਗੇਟ 'ਚ ਵੜ ਜਾਂਦਾ ਦਫ਼ਤਰ ਦੇ ਨੂੰ। ਜੀ ਕਹਿੰਦਾ ਇੱਥੇ ਬੈਠੋ ਤੁਸੀਂ, ਮੈਂ ਕਰਦਾ। ਜੀ ਉਹਨਾਂ ਫਿਰ ਰਬਾਬ ਨੇ ਪੈਸੇ 1000 ਰੁਪਈਆ ਮੰਗਿਆ ਕੈਂਸਲ ਕਰਾਉਣ ਦਾ। ਜੀ ਹੈਂ, ਜੀ ਅਤੇ 10 ਕੁ ਵਜੇ, 10:30 ਵਜੇ ਉਹਨੇ ਸਾਨੂੰ, ਪਾਸਪੋਰਟ ਤਾਂ ਆਇਆ ਪਿਆ ਸੀ, ਉਦੋਂ ਕੰਮ ਨਹੀਂ ਹੋਇਆ। ਹੁਣ ਵੀਜ਼ਾ ਮੋਹਰ ਲਾ ਕੇ ਕੈਂਸਲ ਕਰਕੇ ਜੀ ਗੇਟ 'ਤੇ ਲਿਆ ਕੇ ਸਾਨੂੰ ਪਾਸਪੋਰਟ ਦੇ ਦਿੱਤਾ। ਜੀ ਅਤੇ ਅਸੀਂ ਉਹਨਾਂ ਨੂੰ ਪੈਸੇ ਦੇ ਦਿੱਤੇ 500 ਰੁਪਈਆ ਹੋਰ। ਜੀ ਹੈਂ, ਜੀ ਕਹਿੰਦਾ ਠੀਕ ਆ, ਇਹ ਕਹਾਂ ਠੀਕ ਆ। ਜੀ ਅਸੀਂ ਲੈ ਕੇ ਪਾਸਪੋਰਟ ਆਏ ਉਸੇ ਕੰਪਨੀ 'ਚ ਜਿਹਨੇ ਰਿਸਪੌਂਸ ਦਿੱਤਾ ਸੀ। ਜੀ ਉਹਨਾਂ ਨੇ ਕਿਹਾ ਵੀ ਟਿਕਟ ਲਓ, ਜੀ ਜਲਦੀ ਜਾਓ ਬਹਿਰੀਨ, ਜੀ ਬਹਿਰੀਨ ਆਊਟ ਹੋਵੋ। ਜੀ ਅਸੀਂ 300 ਰੁਪਏ ਦੀ ਸਾਰੀ ਟਿਕਟ ਸੀਗੀ ਬਹਿਰੀਨ ਦੀ। ਜੀ ਅਸੀਂ ਬਹਿਰੀਨ ਜਾ ਕੇ ਫਲਾਈਟ ਕੀਤੀ ਤਾਂ ਬਹਿਰੀਨ ਚਲ ਗਏ। ਬਹਿਰੀਨ ਏਅਰਪੋਰਟ ਦੇ ਵਿੱਚ ਹੀ ਰਹੇ ਅਸੀਂ। ਜੀ ਉੱਥੋਂ ਘੰਟੇ ਦੇ ਬਾਅਦ ਵਾਪਸੀ ਹੋ ਗਈ, ਜੀ ਆਬੂ ਧਾਬੀ ਆ ਗਏ। ਜੀ ਆਬੂ ਧਾਬੀ ਜਿਸ ਵੇਲੇ ਆ ਗਏ ਤਾਂ ਪਾਸਪੋਰਟ ਜਾ ਕੇ ਦਫ਼ਤਰ ਦਿੱਤਾ। ਜੀ दफ्तर ਦੇ ਵਿੱਚ रबाब साडा कहता बेटा जाओ जल्दी जाओ, बहुत काम है उधर, आप लोग अलैन में चल जाओ। हम लोग अलैन में चल गए। जी अलैन एक सिटी आ, जी जी उत्थे काम सीगा, उत्थे असीं चले गए। जी फिर उत्थे टाइम असीं बहुत लाया, जी 4-5 साल लाए असीं उत्थे। जी 5 साल बाद फिर मैं वापस छुट्टी आया, जी बड़ी ठाठ ना आया, जी वो पैसे लैके जी ते बस फिर चंगा पैसा कमाया फिर? हाँ बहुत रज के पैसा कमाया। 5 साल ला के फिर इत्थे वापस आए ठीक ठाक। जी फिर हाँ के फिर शादी की थी। जी हाँ ते शादी करके तो फिर रह के महीना तो चले गए। जी
6 ਮਹੀਨੇ ਰਹਿ ਕੇ ਚਲੇ ਗਏ। ਜੀ ਤੇ ਬਸ ਇਹ ਸਾਡਾ ਦੁਬਈ ਦਾ ਸਫ਼ਰ ਸੀ। ਜਦੋਂ ਮੈਂ ਇੱਥੇ ਫਿਰ ਜੁਆਇਨਿੰਗ ਕੀਤੀ ਤਾਂ ਕੰਪਨੀ ਬਹੁਤ ਵਧੀਆ ਸੀ, 1200 ਪਲੱਸ ਓਵਰ ਟਾਈਮ ਸੀ, ਜੀ ਵਿਦ ਫੂਡ ਸੀਗਾ, ਜੀ ਰੋਟੀ ਖਾਣਾ ਪੱਕਾ ਪਕਾਇਆ ਲਿਆ ਕੇ ਖਾ ਲੈਣਾ। ਏਸੀ ਝੁੱਲਦੇ ਸੀ ਪਏ, ਏਸੀ ਕੰਪਨੀ ਸੀਗੀ। ਜੀ ਮੈਂ ਬਹੁਤ ਪੈਸੇ ਕਮਾਏ ਵਧੀਆ, ਜੀ ਕੋਈ ਦਿੱਕਤ ਨਹੀਂ ਆਈ। ਜੀ ਫੋਰਮੈਨ ਵੀ ਸਾਡੇ ਐਸੇ ਵਧੀਆ ਸੀਗੇ ਜੀ ਬਈ ਦੂਸਰਾ ਮੇਰਾ ਕਿਤੇ ਛੁੱਟੀ ਵੀ ਕਰ ਲੈਣੀ ਤਾਂ ਕੋਈ ਦਿਹਾੜੀ ਨਹੀਂ ਸੀ ਕੱਢਦੇ। ਜੀ ਯਾਨੀ ਟਾਈਮ 4-5 ਘੰਟੇ ਟਾਈਮ ਮਿਲਦਾ ਹੀ ਮਿਲਦਾ ਸੀਗਾ। ਹਾਂ ਜੀ ਬਹੁਤ ਵਧੀਆ ਇੰਜੋਏ ਕੀਤਾ। ਅਤੇ ਕੰਪਨੀ 'ਤੇ ਅੱਜ ਤੱਕ ਨਹੀਂ ਸੀ ਸਾਨੂੰ ਕਦੀ ਕੁਛ ਕਿਹਾ, ਜੀ ਪਰ ਉਸ ਪ੍ਰੋਬਲਮ ਦਾ ਕਰਕੇ ਫਿਰ ਅਸੀਂ ਆਪਣੇ ਆਪ ਹੀ ਆ ਗਏ ਵੀਜ਼ਾ ਕੈਂਸਲ ਕਰਕੇ। ਇਹ ਸਾਡੀ ਦੁਬਈ ਦੀ ਸਟੋਰੀ ਆ। ਵਧੀਆ ਕੰਮ ਕੀਤੇ ਆ ਜਿੰਨਾ ਚਿਰ ਰਹਿੰਦੇ ਸੀ ਦੁਬਈ ਦੇ ਵਿੱਚ, ਪੈਸੇ ਚਾਰ ਸੀਗੇ, ਜੀ ਲੋਕ ਵੀ ਬੱਲੇ ਬੱਲੇ ਕਰਦੇ ਸੀ। ਕਿੰਨੇ ਕੁ ਪੈਸੇ ਤੁਸੀਂ ਕਮਾਏ ਫਿਰ ਦੁਬਈ 'ਚ? ਕੰਮ ਬਥੇਰੇ ਪੈਸੇ ਕਮਾਏ, ਕੋਈ ਗਿਣਤੀ ਮਿਣਤੀ ਥੋੜ੍ਹਾ ਰੱਖੀ ਹਾਂ ਆਪਾਂ। ਹਾਂ ਵਧੀਆ ਕਾਰੋਬਾਰੀ ਕੀਤਾ। ਹਾਂ ਮੈਂ ਤੁਹਾਨੂੰ ਦੱਸਦਾ ਸਾਡੀ ਕੰਪਨੀ ਬਹੁਤ ਵਧੀਆ ਸੀ। ਪੈਸੇ ਇੱਥੋਂ ਦੁਬਾਰਾ ਮੈਂ ਦੱਸ ਮੈਂ ਤਾਂ ਕੋਈ ਨਹੀਂ ਮੈਂ ਪੈਸੇ ਬਹੁਤ ਕਮਾਏ ਉੱਥੇ। ਪੈਸੇ ਤਾਂ ਇੰਨਾ ਕੰਮ ਰੁਕ ਸੀਗਾ ਵੀ ਬੂਟੇ 2-2 ਹਜ਼ਾਰ ਰੁਪਏ ਤਨਖਾਹ ਸਾਡੀ ਨਿਕਲਦੀ ਸੀ। ਜੀ ਪੈਸੇ ਵਰਤਣ ਨੂੰ ਥਾਂ ਨਹੀਂ ਸੀ। ਜੀ ਉਹ ਕਿਸੇ ਮੁੰਡੇ ਨੇ ਕਹਿਣਾ ਵੀ ਮੈਂ ਘਰ ਪੈਸੇ ਪਾਉਣੇ, ਉਹਨੂੰ ਤਨਖਾਹ ਦੇ ਦੇਣੀ। ਜੀ ਹਾਂ ਜਦੋਂ ਦੂਜੀ ਮੈਨੂੰ ਵੀ ਮਿਲ ਜਾਣੀ, ਉਹਨੇ ਵੀ ਦੇ ਦੇਣੇ, ਅਤੇ ਪੈਸੇ ਰੁੱਗਾਂ ਦੇ ਰੁੱਗ। ਜੀ ਟਾਈਮ ਲੱਗਦਾ ਨਹੀਂ ਸੀ ਸਾਡਾ ਜਮ੍ਹਾਂ ਕਰਾਉਣ ਦਾ। ਜੀ ਮੈਂ ਬ੍ਰਿਟਿਸ਼ ਬੈਂਕ 'ਚ, ਇੰਗਲੈਂਡ ਦੀ ਬੈਂਕ ਸੀ ਉੱਥੇ ਬ੍ਰਿਟਿਸ਼ ਬੈਂਕ, ਉਹਦੇ ਵਿੱਚ ਪੈਸੇ ਖਾਤਾ ਖੋਲ੍ਹਿਆ ਸੀ, ਜੀ ਉਹਦੇ ਵਿੱਚ ਜਮ੍ਹਾਂ ਕਰਾਏ ਸੀ ਪੈਸੇ। ਜੀ 42,000 ਦਰਾਮ ਮੇਰਾ ਉੱਥੇ ਬ੍ਰਿਟਿਸ਼ ਬੈਂਕ ਦੇ ਵਿੱਚ ਪਿਆ ਸੀ। ਜੀ ਫਿਰ ਜਿਸ ਵੇਲੇ ਤਨਖਾਹ ਮਿਲਣੀ, ਉਹਨਾਂ ਨੂੰ ਕਹਿਣਾ ਤੁਸੀਂ ਮੇਰੇ ਅਕਾਊਂਟ 'ਚ ਜਮ੍ਹਾਂ ਕਰਾਓ। ਜੀ ਬਹੁਤ ਕਮਾਈ ਕੀਤੀ, ਰੱਜ ਕੇ ਕਮਾਈ ਕੀਤੀ, ਰੱਬ 'ਤੇ ਗਿਲਾ ਨਹੀਂ ਕਮਾਈ ਨਹੀਂ ਕੀਤੀ। ਪਰ ਜਿਹੜੀ ਕੁਦਰਤ ਆ ਉਹ ਕੰਮ ਡਾਊਨ ਕਰ ਦੇ ਅਤੇ ਉਹਦੇ ਅੱਗੇ ਤਾਂ ਕਿਸੇ ਦਾ ਜ਼ੋਰ ਹੀ ਨਹੀਂ ਚੱਲਦਾ। ਇਸ ਟਾਈਮ ਆਪਣਾ ਕੰਮ ਆਪਣਾ ਡਾਊਨ ਆ। ਜੀ ਬਸ ਇੰਨੀ ਕੁ ਸਾਡੀ ਹਿਸਟਰੀ ਆ ਗਲਫ ਕੰਟਰੀ ਦੀ। ਜੀ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ।